सोहेल साहब, मैं जो देख रहा हूँ आपके यहाँ, ये एक मैन्युस्क्रिप्ट है कुछ फारसी में। क्या है ये, इसके बारे में आप कुछ बतलाएंगे? जी ये ਮੈਨੂਸਕ੍ਰਿਪਟ जो है ये भाई नंद लाल जी ਦਾ ਹੈ जी। ਜੋ ਗੁਰੂ ਗੋਬਿੰਦ ਸਿੰਘ ਦੇ ਜਿਹੜੇ 52 ਕਵੀਆਂ ਦੇ ਵਿੱਚੋਂ ਸਭ ਤੋਂ जी। ਜਿਹੜੇ एक मिनट। ਸਭ ਤੋਂ ਜਿਹੜੇ ਮਕਬੂਲ ਸ਼ਾਇਰ ਸਨ ਉਹਨਾਂ ਦੇ अच्छा। ਉਹਨਾਂ ਦਾ ਇਹ। अच्छा। ਤੇ ਭਾਈ ਨੰਦ ਲਾਲ ਦਾ ਜਿਹੜਾ ਜਨਮ ਹੈ ਇਹ ਗਜ਼ਨੀ ਦੇ ਵਿੱਚ 1633 ਈਸਵੀ ਦੇ ਵਿੱਚ ਹੋਇਆ। अच्छा। ਤੇ ਇਹਨਾਂ ਦੇ ਬਾਪ ਜੋ ਛੱਜੂ ਮਲ ਸਨ ਉਹ ਦਾਰਾ ਸ਼ਿਕੋ ਦੇ ਨਾਲ जी। ਉੱਥੇ ਗਜ਼ਨੀ ਗਏ ਸਨ ਤੇ ਉੱਥੇ ਹੀ ਇਹਨਾਂ ਦਾ ਜਨਮ ਹੋਇਆ। अच्छा। ਤੇ ਉਸ ਤੋਂ ਬਾਅਦ ਇਹ ਮੁਲਤਾਨ ਆ ਗਏ ਆਪਣੇ ਬਾਪ ਦੇ ਇੰਤਕਾਲ ਤੋਂ ਬਾਅਦ। ਤੇ ਬਾਅਦ ਔਰੰਗਜ਼ੇਬ ਦੇ ਰਾਜ ਵਿੱਚ ਇਹ ਮੀਰ ਮੁੰਸ਼ੀ ਰਹੇ ਤੇ ਉੱਥੇ ਬਹਾਦਰ ਸ਼ਾਹ ਦੇ ਇਹ ਜਿਹੜੇ ਟੀਚਰ ਰਹੇ, ਮੁਅੱਲਿਮ ਰਹੇ ਉੱਥੇ। ਤੇ ਇੱਕ ਦਿਨ ਕਹਿੰਦੇ ਕਿ ਔਰੰਗਜ਼ੇਬ ਨੇ ਆਪਣੇ ਕਿਸੇ ਕਾਜ਼ੀ ਕੋਲੋਂ ਕਿਸੇ ਆਇਤ ਦਾ ਪ੍ਰੋਪਰ ਤਰਜੁਮੇ ਦੇ ਲਈ ਉਹਨਾਂ ਨੂੰ ਪੁੱਛਿਆ, ਲੇਕਿਨ ਉਹ ਜੋ ਉਹਦਾ ਤਰਜੁਮਾ ਦੱਸਦੇ ਸੀ ਉਹ ਕੋਈ ਫਿੱਟ ਨਹੀਂ ਬੈਠਦਾ। जी। ਤਾਂ ਉੱਥੇ ਬਹਾਦਰ ਸ਼ਾਹ ਵੀ ਬੈਠਾ ਸੀ, ਉਹਨੇ ਵਾਪਸ ਆ ਕੇ ਆਪਣੇ ਮੀਰ ਮੁੰਸ਼ੀ ਨਾਲ ਗੱਲ ਕੀਤੀ ਕਿ ਭਾਈ ਨੰਦ ਲਾਲ ਜੀ ਇਹਦਾ ਕੀ ਤਰਜੁਮਾ ਬਣਦਾ ਹੈ। ਤੇ ਕਹਿੰਦੇ ਕਿ ਉਹ ਜਿਹੜਾ ਤਰਜੁਮਾ ਦੱਸਿਆ ਅਗਲੇ ਦਿਨ ਦਾਰਾ ਸ਼ਿਕੋ ਨੇ ਦੱਸਿਆ ਔਰੰਗਜ਼ੇਬ ਨੂੰ ਕਿ ਇਹਦਾ ਤਰਜੁਮਾ ਇਹ ਹੈ। ਤਾਂ ਔਰੰਗਜ਼ੇਬ ਬੜਾ ਖੁਸ਼ ਹੋਇਆ ਕਿ ਹਾਂ ਇਹ ਤਰਜੁਮਾ ਜਿਹੜਾ ਇਹ ਠੀਕ ਬੈਠਦਾ ਇੱਥੇ। ਤਾਂ ਉਹ ਕਹਿੰਦੇ ਕਿ ਇਹ ਤੈਨੂੰ ਕਿਹਨੇ ਦੱਸਿਆ ਇਹ ਤਰਜੁਮਾ? ਤਾਂ ਉਹਨੇ ਕਿਹਾ ਕਿ ਜੀ ਇਹ ਮੇਰੇ ਜਿਹੜੇ ਉਸਤਾਦ ਨੇ, ਆਪਣੇ ਮੁੰਸ਼ੀ ਨੇ, ਮੀਰ ਮੁੰਸ਼ੀ ਨੇ, ਭਾਈ ਨੰਦ ਲਾਲ ਨੇ, ਉਹਨਾਂ ਨੇ ਇਹ ਤਰਜੁਮਾ ਕੀਤਾ ਹੈ। ਤੇ ਕਹਿੰਦੇ ਔਰੰਗਜ਼ੇਬ ਨੇ ਕਿਹਾ ਕਿ ਇਹਦਾ ਜਿਹੜਾ ਇੱਕ ਹਿੰਦੂ ਜਿਹੜਾ ਕਵੀ ਹੈ, ਇੱਕ ਸ਼ਾਇਰ ਹੈ, ਇੰਨਾ ਸੋਹਣਾ ਕੁਰਾਨ ਨੂੰ ਜਾਣਦਾ ਹੈ, ਤੇ ਕਿਉਂ ਨਾ ਇਹ ਜੇ ਮੁਸਲਮਾਨ ਹੋ ਜਾਏ ਤਾਂ ਬਹੁਤ ਬਿਹਤਰ ਰਹੇਗਾ ਸਾਡੀ ਕੌਮ ਦੇ ਲਈ। ਲੇਕਿਨ ਕਹਿੰਦੇ ਦਾਰਾ ਜੋ ਬਹਾਦਰ ਸ਼ਾਹ ਹੈ ਉਹਦੇ ਮਨ ਦੇ ਵਿੱਚ ਭਾਈ ਨੰਦ ਲਾਲ ਲਈ ਬੜਾ ਪਿਆਰ ਸੀ। ਤਾਂ ਉਹਨੇ ਜਾ ਕੇ ਸਾਰੀ ਗੱਲਬਾਤ ਉਹਨਾਂ ਨੂੰ ਦੱਸ ਦਿੱਤੀ ਕਿ ਮੇਰਾ ਬਾਪ ਚਾਹੁੰਦਾ ਹੈ ਕਿ ਤੁਸੀਂ ਮੁਸਲਮਾਨ ਹੋ ਜਾਓ। ਤਾਂ ਭਾਈ ਨੰਦ ਲਾਲ ਨੇ ਨਾ ਕਰ ਦਿੱਤੀ। ਤਾਂ ਬਹਾਦਰ ਸ਼ਾਹ ਨੇ ਵੀ ਬੜਾ ਦਿਲ ਰੱਖ ਕੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪ ਇੱਥੋਂ ਚਲੇ ਜਾਓ, ਨਹੀਂ ਤੇ ਮੇਰਾ ਬਾਪ ਤੁਹਾਡੇ ਤੇ ਜ਼ਿਆਦਾ ਤੁਹਾਡੇ ਤੇ ਸਖਤੀ ਕਰੇਗਾ। ਤੇ ਭਾਈ ਨੰਦ ਲਾਲ ਜੀ ਉੱਥੋਂ ਫਿਰ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਕੋ ਅਨੰਦਪੁਰ ਸਾਹਿਬ ਆਏ ਗਏ ਤੇ ਉਹਨਾਂ ਨੇ ਉੱਥੇ ਆ ਕੇ ਜਿਹੜੀਆਂ ਅੱਜ ਦੀਆਂ ਕਿਤਾਬਾਂ ਮਿਲਦੀਆਂ ਨੇ, 9 ਕਿਤਾਬਾਂ ਜਿਹੜੀਆਂ ਨੇ ਉਹਨਾਂ ਨੇ ਲਿਖੀਆਂ, ਜਿਨ੍ਹਾਂ ਤੇ ਵੱਖ-ਵੱਖ ਗਜ਼ਲੀਆਤ ਨੇ, ਤਸਨੀਫਾਤ ਤੇ ਗੋਇਆ ਖਾਤਿਮਾ ਤੇ ਅਰਜ਼ੁਲ ਅਲਫਾਜ਼ ਆ, ਉਹ ਸਾਰੀਆਂ ਕਿਤਾਬਾਂ ਦਾ ਉਹਨਾਂ ਨੇ ਜਿਹੜੀਆਂ ਤਿਆਰ ਕੀਤੀਆਂ, ਬਹੁਤ ਸੋਹਣੀਆਂ। ਜਿੱਥੇ ਅਸੀਂ ਅੱਜ ਸਿੱਖ ਧਰਮ ਵਿੱਚ ਮਕਬੂਲ ਪੋਇਟਰੀ ਪੜ੍ਹਦੇ ਹਾਂ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਉਹ ਸਾਰੀਆਂ ਉਹਨਾਂ ਦੀਆਂ ਲਿਖੀਆਂ ਹੋਈਆਂ ਨੇ। ਜਿਹੜਾ ਉਹਨਾਂ ਦਾ ਪਹਿਲੀ ਗਜ਼ਲ ਦਾ ਪਹਿਲਾ ਸ਼ੇਰ ਸ਼ੁਰੂ ਹੁੰਦਾ ਹੈ ਕਿ ਹਵਾਏ ਬੰਦਗੀ ਆਵਰੁਦ ਦਰ ਵਜੂਦ ਮਰਾ ਵਗਰਨਾ ਜ਼ੌਕੇ ਚੁਨੀ ਆਮਦਨ ਨਮੂਦ ਬਰਾ। ਬਹੁਤ ਸੋਹਣੀ ਉਹਨਾਂ ਦੇ ਪੋਇਟਰੀ ਲਿਖੀ, ਜਿਹੜੀਆਂ ਵੱਖ-ਵੱਖ ਟਾਈਮ ਟੂ ਟਾਈਮ ਸਿੱਖ ਜਗਤ ਦੇ ਵਿੱਚ ਕਾਫੀ ਜਿਹੜੇ ਵਿਦਵਾਨ ਹੋਏ ਨੇ ਉਹਨਾਂ ਨੇ ਕੁਝ ਗਜ਼ਲਾਂ ਦਾ ਪੰਜਾਬੀ ਤਰਜੁਮਾ ਵੀ ਕੀਤਾ। ਲੇਕਿਨ ਇੱਕ ਦਿੱਕਤ ਆਉਣ ਲੱਗ ਪਈ ਕਿ ਕਈ ਵਾਰ ਆਪਾਂ ਕਿਸੇ ਸੈਮੀਨਾਰ 'ਚ ਜਾਂਦੇ, ਕਿਸੇ ਕਾਨਫਰੰਸ 'ਚ ਜਾਂਦੇ ਸਾਂ, ਜਿੱਥੇ ਜਿਹੜੇ ਪੰਜਾਬੀ ਨੂੰ ਨਹੀਂ ਜਾਣਦੇ, ਉਰਦੂ ਜ਼ਬਾਨ ਨੂੰ ਜਾਣਨ ਵਾਲੇ ਨੇ ਜਾਂ ਫਾਰਸੀ ਜ਼ਬਾਨ ਨੂੰ ਜਾਣਨ ਵਾਲੇ ਆਉਂਦੇ ਨੇ ਜਦੋਂ ਉੱਥੇ। ਤੇ ਉੱਥੇ ਜਦੋਂ ਉਹਨਾਂ ਦੀਆਂ ਗਜ਼ਲਾਂ ਦਾ ਆਪਾਂ ਜ਼ਿਕਰ ਕਰਦੇ ਸਾਂ, ਉਹਨਾਂ ਨੂੰ ਸੁਣਾਉਂਦੇ ਹਾਂ, ਬੜੇ ਖੁਸ਼ ਹੁੰਦੇ ਕਿ ਇੰਨੀਆਂ ਸੋਹਣੀਆਂ ਗਜ਼ਲਾਂ ਨੇ ਉਹਨਾਂ ਦੀਆਂ, ਇੰਨੀ ਸੋਹਣੀ ਪੋਇਟਰੀ, ਇਹਨਾਂ ਦੇ ਇਸ਼ਾਰ ਬਹੁਤ ਸੋਹਣੇ ਨੇ, ਬੜੀ ਤਰਤੀਬ ਦੇ ਵਿੱਚ ਨੇ, ਬੜੀ ਲੈਅ ਦੇ ਵਿੱਚ ਨੇ। ਲੇਕਿਨ ਉਹ ਜਦੋਂ ਜਾਣ ਲੱਗਿਆ ਇੱਕ ਚੀਜ਼ ਦੀ ਮੰਗ ਕਰਦੇ ਸੀ ਕਿ ਸਾਨੂੰ ਵੀ ਇਹ ਗਜ਼ਲਾਂ ਪੜ੍ਹਨ ਨੂੰ ਦੇਵੋ, ਕੋਈ ਕਿਤਾਬ ਦੇਵੋ। ਤਾਂ ਬੜੀ ਦਿੱਕਤ ਆਉਂਦੀ ਕਿ ਸਾਡੇ ਕੋਲ ਅੱਜ ਤੱਕ ਕੋਈ ਉਹਨਾਂ ਦੀ ਪ੍ਰੋਪਰ ਫਾਰਸੀ ਦੇ ਵਿੱਚ ਕੋਈ ਕਿਤਾਬ ਨਹੀਂ ਹੈਗੀ। ਜਿਹੜੀਆਂ ਵੀ ਆਈਆਂ ਨੇ ਅਧੂਰੀਆਂ ਆਈਆਂ ਨੇ, ਥੋੜੀਆਂ ਗਜ਼ਲਾਂ ਉਹਨਾਂ ਦੇ ਵਿੱਚ ਆਈਆਂ ਨੇ, ਇੱਕ ਗਜ਼ਲ ਦੇ ਵਿੱਚੋਂ ਕੁਛ ਨੇ ਤਰਜੁਮਾ ਕਰ ਦਿੱਤਾ, ਲੇਕਿਨ ਪ੍ਰੋਪਰ ਤਰੀਕੇ ਦੇ ਨਾਲ ਇੱਕ ਵੀ ਕਿਤਾਬ ਨਹੀਂ ਆਈ। ਸੋ ਆਪਾਂ ਕੁਛ ਅਰਸੇ ਤੋਂ ਸੋਚ ਰਹੇ ਕਿ ਇਹਨਾਂ ਕਿਤਾਬਾਂ ਨੂੰ ਐਡਿਟ ਕੀਤਾ ਜਾਵੇ ਦੁਬਾਰਾ। ਤੇ ਮੈਂ ਤੇ ਡਾਕਟਰ ਜ਼ੈਨੂ ਲਿਬਾ ਪਟਿਆਲਾ ਯੂਨੀਵਰਸਿਟੀ ਤੋਂ ਆਪਾਂ ਫਿਰ ਇੱਕ ਲਿਆ ਕਿ ਆਪਾਂ ਇਹਨਾਂ ਸਾਰੀਆਂ ਕਿਤਾਬਾਂ ਨੂੰ ਐਡਿਟ ਕਰ ਰਹੇ ਹਾਂ। ਚਲੋ ਐਡਿਟ ਤਾਂ ਫਿਰ ਵੀ ਹੋ ਗਈਆਂ, ਲੇਕਿਨ ਦਿੱਕਤ ਉੱਥੇ ਆਉਣ ਲੱਗ ਪਈ ਕਿ ਹੁਣ ਇਹਨਾਂ ਦੀ ਕਿਤਾਬਾਂ ਦੇ ਲਈ ਕੋਈ ਪਬਲਿਸ਼ਰ ਨਹੀਂ ਮਿਲਦਾ। ਕਿਉਂਕਿ ਇਹ ਕਿਤਾਬਾਂ ਜਿਹੜੀਆਂ ਪੰਜਾਬ ਦੇ ਵਿੱਚ ਕਿਸੇ ਜ਼ਮਾਨੇ 'ਚ ਫਾਰਸੀ ਜਿਹੜੀ ਆ ਬਹੁਤ ਮਕਬੂਲ ਸੀ, ਇੱਥੋਂ ਦੀ ਜ਼ੁਬਾਨ ਰਹੀ ਹੈ, ਲੇਕਿਨ ਹੁਣ ਇਹਦੇ ਫਾਰਸੀ ਪੜ੍ਹਨ ਵਾਲੇ ਲੋਕ ਇੱਥੇ ਘੱਟ ਗਏ ਨੇ। ਇਸ ਕਰਕੇ ਇਹਨਾਂ ਦੇ ਜਿਹੜੇ ਪਾਠਕ ਨਹੀਂ ਮਿਲਦੇ ਤਾਂ ਪਬਲਿਸ਼ਰ ਛਾਪਦਾ ਨਹੀਂ, ਕਿਉਂਕਿ ਉਹਦੀ ਕਿਤਾਬ ਜਿਹੜੀ ਹੈ ਉਨੀ ਤਾਦਾਦ ਦੇ ਵਿੱਚ ਉਹਦਾ ਮੁੱਲ ਨਹੀਂ ਮਿਲਦਾ ਉਹਨੂੰ।
ਇਸ ਕਰਕੇ ਕੋਈ ਵੀ ਪਬਲਿਸ਼ਰ ਇਸ ਵੇਲੇ ਤਿਆਰ ਨਹੀਂ ਤੇ ਜਿਹੜੀ ਸਾਡੀ ਕਿਤਾਬ ਐਡਿਟ ਹੋਈ ਪਈ ਆ ਉਹ ਸਾਰੀ ਇੱਥੇ ਟੇਬਲ ਤੇ ਪਈ ਰਹਿੰਦੀ ਹੈ, ਕਿਉਂਕਿ ਸਾਡੇ ਕੋਲ ਇੰਨੀ ਹੈਸੀਅਤ ਨਹੀਂ ਹੈਗੀ। ਆਪਾਂ ਲਿਖ ਤਾਂ ਸਕਦੇ ਆ, ਕੰਮ ਕਰ ਸਕਦੇ ਆ, ਲੇਕਿਨ ਪਬਲਿਸ਼ ਨਹੀਂ ਕਰਵਾ ਸਕਦੇ, ਕਿਉਂਕਿ ਸਾਡੇ ਕੋਲ ਇੰਨੀ ਕੁ ਨਹੀਂ ਹੈਗੀ ਮਾਇਆ ਜਾਂ ਪੈਸਾ ਇੰਨਾ ਨਹੀਂ ਹੈਗਾ ਕਿ ਆਪਾਂ ਇਹਨੂੰ ਪਬਲਿਸ਼ ਕਰਵਾ ਲਈਏ। ਹੁਣ ਕੋਈ ਲੱਭ ਰਹੇ ਆ ਕਿ ਕੋਈ ਪਬਲਿਸ਼ਰ ਕੋਈ ਆਵੇ ਤੇ ਆਪਾਂ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਆਪਾਂ ਪਬਲਿਸ਼ ਕਰਵਾ ਸਕੀਏ।